देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਲਗਾਤਾਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਹੋਂਦ ਲੋਕਤੰਤਰ ਦੀ ਲੜਾਈ ਇਸੇ ਗੱਲ ਦੀ ਹੈ ਕਿ ਲੋਕਤੰਤਰ ਦੇ ਵਿੱਚ ਵਿਰੋਧ ਹੁੰਦਾ ਤਾਂ ਵਿਰੋਧ ਲਗਾਤਾਰ ਕਿਸਾਨ ਜਥੇਬੰਦੀਆਂ ਕਰ ਰਹੇ ਨੇ। ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨ ਡਟੇ ਹੋਏ ਨੇ, ਨਾਲ ਹੀ ਦੇਸ਼ ਦੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਵੀ ਲਗਾਤਾਰ ਕਿਸਾਨ ਡਟੇ ਹੋਏ ਨੇ। ਚੰਡੀਗੜ੍ਹ ਪਲਾਜ਼ਾ ਦੇ ਵਿੱਚ ਇਸ ਸਮੇਂ ਮੈਂ ਖੜਾ, ਮੇਨ ਮਾਰਕੀਟ ਦੇ ਵਿੱਚ ਖੜਾ, ਜਿੱਥੇ ਚੰਡੀਗੜ੍ਹ ਦੇ ਵਸਨੀਕ ਵੀ ਲਗਾਤਾਰ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਕੁਝ ਮਹਿਲਾਵਾਂ ਨੇ, ਕੁਝ ਔਰਤਾਂ ਨੇ ਜੋ ਕਿ ਬੈਨਰ ਲੈ ਕੇ ਇੱਥੇ ਪਹੁੰਚੀਆਂ ਹੋਈਆਂ ਨੇ ਅਤੇ ਮਾਰਕੀਟ ਬੰਦ ਕਰਵਾ ਰਹੀਆਂ ਨੇ। ਤੇ ਇਹਨਾਂ ਦੀ ਕੋਈ ਜਥੇਬੰਦੀ ਨਹੀਂ ਹੈ, ਇਹ ਸਿਰਫ ਕਿਸਾਨਾਂ ਦੇ ਲਈ ਇਕੱਠੇ ਖੜੇ ਹੋ ਕੇ ਇੱਥੇ ਅਪੀਲ ਕਰ ਰਹੇ ਨੇ। ਕੀ ਨਾਮ ਹੈ ਮੈਡਮ ਤੁਹਾਡਾ? ਡਾਕਟਰ ਮਨਪ੍ਰੀਤ ਕੌਰ ਧਨੋਆ। ਤੁਸੀਂ ਕਿੱਥੋਂ? ਚੰਡੀਗੜ੍ਹ ਤੋਂ? ਮੈਂ ਚੰਡੀਗੜ੍ਹ ਤੋਂ ਬਿਲੋਂਗ ਕਰਦੀ ਹਾਂ। ਮੈਂ ਪ੍ਰੋਫੈਸਰ ਹਾਂ ਯੂਨੀਵਰਸਲ ਲਾਅ ਕਾਲਜ ਲਾਲੜੂ। ਪਹਿਲਾਂ ਮੈਨੂੰ ਇਹ ਦੱਸੋ, ਤੁਹਾਡਾ ਕੋਈ ਕਿਸਾਨੀ ਨਾਲ ਸੰਬੰਧ ਹੈਗਾ ਜਾਂ ਫਿਰ ਦਿਲ ਤੋਂ ਇਮੋਸ਼ਨਲ ਭਾਵਨਾਵਾਂ ਦੇ ਨਾਲ ਤੁਸੀਂ ਇੱਥੇ ਆਏ ਹੋ ਕਿ ਕਿਸਾਨ ਦਾ ਸਮਰਥਨ? ਸਿਰ ਸੰਬੰਧ ਵੀ ਹੈ ਔਰ ਦਿਲ ਤੋਂ ਵੀ ਹੈ, ਦੋਨੇ ਹੀ ਹੈ। ਕਿਸਾਨਾਂ ਦੀ ਲੜਕੀਆਂ ਔਰ ਦਿਲ ਤੋਂ ਰਿਸਪੈਕਟ ਹੈ। ਇਸੇ ਕਰਕੇ ਤੁਸੀਂ ਆਏ ਹੋ ਕਿਸਾਨਾਂ ਦਾ ਸਮਰਥਨ ਕਰਨ? ਬਿਲਕੁਲ ਬਿਲकुल, ਹਾਂਜੀ। ਸਪੋਰਟ ਕਰਨਾ? ਸਪੋਰਟ ਕਰਨਾ ਹੈ, ਹਾਂਜੀ। ਕਿਸਾਨ ਜਿਸ ਤਰੀਕੇ ਨਾਲ ਲੜਾਈ ਲੜ ਰਹੇ ਨੇ, 12ਵਾਂ ਦਿਨ ਦਿੱਲੀ ਦੇ ਬਾਰਡਰ ਤੇ ਹੋ ਗਿਆ, 2 ਮਹੀਨਿਆਂ ਤੋਂ ਜ਼ਿਆਦਾ ਪੂਰਾ ਸੰਘਰਸ਼ ਚੱਲ ਰਿਹਾ, ਕਿਵੇਂ ਦੇਖਦੇ ਹੋ? ਲੱਗਦਾ ਕਿ ਮੋਦੀ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ? ਮੋਦੀ ਸਰਕਾਰ ਨੂੰ ਸੋਚਣਾ ਬਹੁਤ ਕੁਝ ਚਾਹੀਦਾ ਹੈ, ਬਟ ਮੋਦੀ ਸਰਕਾਰ ਸੋਚੇਗੀ ਕੁਝ ਨਹੀਂ, ਮੈਨੂੰ ਲੱਗਦਾ ਹੈ। ਕੀ ਕਾਰਨ? ਸਾਨੂੰ ਹੋਰ ਸੰਘਰਸ਼ ਕਰਨਾ ਪਊਗਾ, ਮੈਨੂੰ ਲੱਗਦਾ ਹੈ, ਬਿਕੋਜ਼ ਪਿੱਛੇ ਦੇਖਿਆ ਗਿਆ ਸਭ ਕੁਝ ਉਹਨਾਂ ਦੀ ਮਰਜ਼ੀ ਨਾਲ ਚੱਲਦਾ ਗਿਆ। ਪਿਛਲੇ 8 ਸਾਲਾਂ ਤੋਂ ਸਭ ਕੁਝ ਉਹਨਾਂ ਦੀ ਮਰਜ਼ੀ ਨਾਲ ਚੱਲਦਾ ਗਿਆ ਤੇ ਇਸ ਲਈ ਆਈ ਥਿੰਕ ਸਾਡਾ ਸੰਘਰਸ਼ ਜ਼ਿਆਦਾ ਹੋਏਗਾ। ਇਹ ਲੜਾਈ ਸਿਰਫ ਕਿਸਾਨੀ ਦੀ ਲੜਾਈ ਆ ਜਾਂ ਫਿਰ ਲੋਕਤੰਤਰ ਦੀ ਲੜਾਈ ਹੈਗੀ ਆ ਕਿ ਲੋਕਤੰਤਰ ਦੀ ਹੋਣ ਦੀ ਲੜਾਈ? ਲੋਕਤੰਤਰ ਦੀ ਵੀ ਹੈ, ਇਹ ਕਿਸਾਨੀ ਦੀ ਵੀ ਹੈ। ਕਿਸਾਨ ਸਾਡੇ ਅੰਦਰ ਆ, ਅਸੀਂ ਕਿਸਾਨਾਂ ਦੇ ਬੱਚੇ ਆ, ਠੀਕ ਹੈ। ਉਹਦੀ ਤੇ ਲੜਾਈ। ਅਗਰ ਮੋਦੀ ਨੂੰ ਇੱਕ ਚੀਜ਼ ਤੁਹਾਨੂੰ ਨਹੀਂ ਚਾਹੀਦੀ, ਤੁਸੀਂ ਕਹਿੰਦੇ ਕਿ ਮੈਨੂੰ ਨਹੀਂ ਚਾਹੀਦੀ, ਮੈਂ ਤੁਹਾਨੂੰ ਜ਼ਬਰਦਸਤੀ ਦੇ ਦਾਂ, ਉਹਦੇ ਵਿੱਚ ਦੱਸੋ ਕਿ ਰੋਜ਼ ਉਹ ਸਵਾਲ ਕਰਦੇ ਨੇ ਕਿ ਤੁਸੀਂ ਦੱਸੋ ਉਹਦਾ ਮਤਲਬ ਕੀ ਹੈ, ਤੁਸੀਂ ਮਤਲਬ ਦੱਸੋ ਸਾਨੂੰ। ਆਮ ਇਹ ਗੱਲ ਸਵਾਲ ਕਰਦੇ, ਮਤਲਬ ਕਿਸ ਚੀਜ਼ ਦਾ ਦੱਸੀਏ ਅਸੀਂ, ਕਿ ਇਹ ਦੱਸੀਏ ਕਿ ਇਹ ਕਾਨੂੰਨ ਕੀ ਹੈ। ਕਾਨੂੰਨ ਦਾ ਤੁਹਾਨੂੰ ਅਜੇ ਤੱਕ ਪਤਾ ਹੀ ਨਹੀਂ ਚੱਲਿਆ। ਮਤਲਬ ਇਹ ਜਿਹੜੀਆਂ ਦੁਕਾਨਾਂ ਨਹੀਂ ਨਾ ਬੰਦ ਕਰ ਰਹੇ, ਇਹ ਰੋਟੀ ਉਹਨਾਂ ਨੇ ਵੀ ਨਹੀਂ ਖਾਣੀ ਆ, ਠੀਕ ਹੈ। ਅਸੀਂ ਤਾਂ ਉੱਥੋਂ ਹੀ ਆਉਣਾ, ਪਿੰਡਾਂ ਉੱਥੋਂ ਆਉਣਾ, ਸਬਜ਼ੀਆਂ ਉੱਥੋਂ ਆਉਣੀਆਂ, ਫਰੂਟ ਉੱਥੋਂ ਹੀ ਆਉਣਾ। ਕੱਪੜਾ ਵੇਚ ਕੇ ਕੱਪੜਾ ਨਹੀਂ ਖਾਣਗੇ, ਜੁੱਤਾ ਵੇਚ ਕੇ ਜੁੱਤਾ ਨਹੀਂ ਖਾਣਗੇ, ਠੀਕ ਹੈ ਨਾ। ਕਣਕ ਘਰ ਜਾਂਦੇ ਜਾ ਕੇ ਰੋਟੀ ਦੀ ਫਟਾਫਟ ਭੁੱਖ ਲੱਗਦੀ, 2 ਰੋਟੀ ਖਾਣੀ, 3 ਰੋਟੀ ਖਾਣੀ ਹੈ। ਅਸੀਂ ਇਕੱਲਿਆਂ ਨਹੀਂ ਖਾਣੀ, ਸਾਨੂੰ ਸਭ ਕੁਝ ਮਿਲ ਰਿਹਾ, ਅਸੀਂ ਫਿਰ ਵੀ ਖਾਵਾਂਗੇ, ਘਰੇ ਬੀਜ ਕੇ ਸਭ ਕੁਝ ਖਾ ਰਹੇ ਹਾਂ। ਪਰ ਇਹਨਾਂ ਲਈ ਅਸੀਂ ਲੜ ਰਹੇ ਹਾਂ। ਇਹਨਾਂ ਦੇ ਦਿਮਾਗ 'ਚ ਕਿਉਂ ਨਹੀਂ ਗੱਲ ਆ ਰਹੀ? ਇਹਨਾਂ ਦੇ ਦਿਮਾਗ 'ਚ ਇੱਕ ਮੋਦੀ ਆ ਰਿਹਾ ਕਿ ਸਾਡੇ ਨਾਲ ਮੋਦੀ, ਅਸੀਂ PM ਦੇ ਨਾਲ ਖੜੇ ਹਾਂ। ਇੰਡੀਆ ਦੇ ਇੱਦਾਂ ਦੇ ਲੋਕ ਨਹੀਂ ਸਪੋਰਟ ਕਰ ਰਹੇ, ਜਿਹੜੇ ਬਾਹਰ ਦੇ ਲੋਕੀ ਆ ਉਹ ਇਸ ਚੀਜ਼ ਨੂੰ ਸਮਝ ਰਹੇ ਆ। ਕਿਉਂ ਸਮਝ ਰਹੇ ਨੇ? ਸਾਨੂੰ ਇਸ ਚੀਜ਼ ਦਾ ਦੁੱਖ ਲੱਗਦਾ, ਤਕਲੀਫ ਆਉਂਦੀ ਆ। ਤੁਸੀਂ ਬੜਾ ਵਧੀਆ ਬੋਲ ਰਹੇ ਹੋ। ਇੱਕ ਸਵਾਲ ਦਾ ਹੋਰ ਉੱਤਰ ਦਿਓ। ਤੁਸੀਂ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਇਹ ਜਿਹੜੀ ਕਿਸਾਨ ਐਜੀਟੇਸ਼ਨ ਹੋ ਰਹੀ ਆ, ਇਹ ਇਸ ਦੇ ਵਿੱਚ ਕੁਝ ਖਾਲਿਸਤਾਨੀ ਜਾਂ ਫਿਰ ਖੱਬੀ ਪੱਖ? ਦੇਖੋ ਮੈਨੂੰ ਦੱਸੋ, ਉਹ ਪਹਿਲਾਂ ਇਹ ਇੰਜ ਸਮਝਦੇ ਜਿਵੇਂ ਕਿਸਾਨ ਇੱਕ ਨਾ ਵੀ ਐਵੇਂ ਬੰਦਾ ਆ, ਵੀ ਉਹਦੇ ਪੈਰ ਲਿਬੜੇ ਨੇ, ਉਹਦੇ ਸਿਰ ਤੇ ਪਰਨਾ। ਅੱਜ ਕੱਲ੍ਹ ਦਾ ਕਿਸਾਨ ਉਹ ਨਹੀਂ ਆ। ਅਸੀਂ ਕਿਸਾਨ ਦੀਆਂ ਧੀਆਂ, ਸਾਨੂੰ ਕੀ ਲੱਗ ਰਹੀਆਂ, ਠੀਕ ਹੈ ਨਾ। ਹਰ ਕਿਸਾਨ ਦਾ ਬੱਚਾ ਪੜ੍ਹਿਆ। ਸਾਡੇ ਬਜ਼ੁਰਗ, ਮੈਂ ਕੱਲ ਵੇਖ ਰਹੀ ਸੀ ਇੱਕ ਟਰੱਕ ਦੇ ਥੱਲੇ ਬਜ਼ੁਰਗ ਸੁੱਤਾ ਸੀ, ਜੀ ਕਰਦਾ ਸੀ। ਮਤਲਬ ਤੁਹਾਡਾ ਅੰਦਰ, ਮਤਲਬ ਕੋਈ ਵੀ ਇਨਸਾਨੀਅਤ ਹੋਵੇ, ਅਗਰ ਅਸੀਂ ਰੱਬ ਦਾ ਨਾਮ ਲੈਂਦੇ ਆ, ਉਸ ਬਜ਼ੁਰਗ ਨੂੰ ਵੇਖੋ ਕਿ ਉਹ ਕਿੱਦਾਂ ਸੁੱਤਾ ਆ ਔਰ ਉਹਨੂੰ ਉਹਦੇ ਕੰਬਲ ਲੈ ਕੇ ਉਹ ਫਿਰ ਵੀ ਖੁਸ਼ ਆ। ਇਹ ਅੱਤਵਾਦੀ ਨੇ, ਉਹ ਅੱਤਵਾਦੀ ਨੇ ਤੁਹਾਨੂੰ ਲੱਗਦੇ? ਅੱਤਵਾਦੀ ਹੁੰਦੇ ਕੀ ਆ? ਹੁੰਦੇ ਕੀ? ਇਹ ਅੱਤਵਾਦੀ ਆਪ ਪੈਦਾ ਕਰਦੇ, ਇੱਕ ਨਾਮ ਬਣਾਇਆ ਅੱਤਵਾਦੀ। ਜੇ ਇਹ ਕੁਝ ਕਰਦੇ ਉਦੋਂ ਅੱਤਵਾਦੀ ਨਹੀਂ ਆ। ਜਦੋਂ ਵੋਟ ਪਾਉਂਦੇ ਸੀ ਉਦੋਂ ਵੀ, ਜਦੋਂ ਅਸੀਂ ਵੋਟਾਂ ਸਾਡੇ ਕੋਲ ਮੰਗਦੇ ਸੀ ਉਦੋਂ ਅਸੀਂ ਅੱਤਵਾਦੀ ਨਹੀਂ ਸੀ। ਉਦੋਂ ਕਹਿੰਦੇ ਸੀ ਸਾਡੇ ਨਾਲ ਆ, ਫਲਾਣੀ ਪਾਰਟੀ ਸਾਡੇ ਨਾਲ ਹੈ। ਵੈਸੇ ਨਾ ਇੰਨੀ ਗੱਲ ਕਹਿਣ ਲੱਗੇ ਸ਼ਰਮ ਆਉਂਦੀ ਆ। ਅੱਤਵਾਦੀ ਵੀ ਇੱਕ ਇਨਸਾਨ ਆ। ਅੱਤਵਾਦੀ ਉਦੋਂ ਬਣਦਾ ਜਦੋਂ ਉਹਨੂੰ ਰੋਜੀ ਰੋਟੀ ਉਹਨੂੰ ਭੜਕਾਇਆ ਜਾਂਦਾ। ਪਰ ਅੱਜ ਕੱਲ੍ਹ ਦੇ ਬੱਚੇ ਕਿਸਾਨ ਜਿਹੜੇ ਨੇ ਬੜੇ ਪੜ੍ਹੇ ਲਿਖੇ ਆ ਗਏ ਨੇ, ਹਰ ਬੰਦਾ ਪੜ੍ਹਿਆ ਲਿਖਿਆ ਆ। ਸਾਡੇ ਸਿਕਿਉਰਿਟੀ ਗਾਰਡ ਬਣੇ ਆ ਜਿਹੜੇ ਪੰਜਾਬ 'ਚ ਵੀ ਜੋ 2 ਮਹੀਨੇ ਪੰਜਾਬ 'ਚ ਐਜੀਟੇਸ਼ਨ ਚੱਲੀ ਔਰ ਬੜੀ ਸ਼ਾਂਤੀ ਨਾਲ ਐਜੀਟੇਸ਼ਨ ਚੱਲੀ। ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਈ। ਕਿਸਾਨਾਂ ਨੂੰ ਰੋਕਿਆ ਗਿਆ ਸ਼ੰਭੂ ਬਾਰਡਰ ਤੇ, ਸਾਰੇ ਬਾਰਡਰਸ ਤੇ ਹਰ ਤਰ੍ਹਾਂ ਦੀਆਂ ਰੋਕਾਂ ਲਾਈਆਂ ਗਈਆਂ। ਬੜੇ ਸ਼ਾਂਤੀਪੂਰਨ ਤਰੀਕੇ ਨਾਲ ਉਹਨਾਂ ਨੂੰ ਪਾਰ ਕਰਕੇ ਉੱਥੇ ਪਹੁੰਚੇ। ਇਹਨਾਂ ਨੇ ਕੀ ਸੋਚਿਆ ਸੀ ਕਿ ਜਿਹੜਾ ਕਿਸਾਨ ਹੈ ਉਹ ਬਿਲਕੁਲ ਅਨਪੜ੍ਹ ਹੈ, ਪਰ ਉਹ ਜਵਾਨੀ ਜਿਹੜੀ ਪੰਜਾਬ ਦੀ ਜਵਾਨੀ ਨੂੰ ਬਦਨਾਮ ਕਰ ਦਿੱਤਾ ਗਿਆ ਸੀ ਕਿ ਇਹ ਨਸ਼ੇੜੀ ਹੈ, ਇਹ ਕੁਛ ਕਰਨ ਦੇ ਕਾਬਿਲ ਨਹੀਂ, ਇਹ ਹਿੰਦੁਸਤਾਨ ਛੱਡ ਕੇ ਦੌੜ ਰਹੀ ਹੈ, ਪੰਜਾਬੀ ਪੰਜਾਬ 'ਚੋਂ ਦੌੜ ਰਿਹਾ। 2 ਮਹੀਨੇ ਪੰਜਾਬ 'ਚ ਸੰਘਰਸ਼ ਚੱਲਿਆ, ਕਿਸੇ ਨੇ ਕੋਈ ਸਾਰ ਨਹੀਂ ਲਈ।
ਪਹਿਲੇ ਸ਼ਰਤਾਂ ਦੇ ਅਧੀਨ ਬਰਾਰੀ ਜਾਓ, ਗੱਲ ਕਰਾਂਗੇ। ਜਦੋਂ ਉੱਥੋਂ ਜਵਾਬ ਦੇ ਤਾਂ ਗੱਲ ਵੀ ਹੁੰਦੀ। ਅਸੀਂ ਗੱਲ ਕਰਨਗੇ, ਕਿਸਾਨ ਗੱਲ ਕਰਨਗੇ, ਅਖੀਰ ਤੱਕ ਗੱਲ ਕਰਨਗੇ, ਗੱਲਬਾਤ ਤੋਂ ਕਦੇ ਨਹੀਂ ਭੱਜਣਗੇ, ਕਿਉਂਕਿ ਹਰ ਚੀਜ਼ ਦਾ ਹੱਲ ਟੇਬਲ ਟਾਕ ਨਾਲ ਹੈ। ਅਸੀਂ ਟੇਬਲ ਟਾਕ ਨਾਲ ਹੱਲ ਕਰਨਾ ਚਾਹੁੰਦੇ ਹਾਂ, ਪਰ ਕਦੋਂ ਤੱਕ? ਅਖੀਰ ਯੈਸ ਜਾਂ ਨੋ ਕਿਉਂ ਕਹਿਣਾ ਪਿਆ? ਜਿਹੜਾ ਬਣਿਆ ਨਾ, ਸਾਡੀਆਂ ਯੂਨੀਅਨਾਂ ਨੂੰ ਯੈਸ ਜਾਂ ਨੋ ਕਿਉਂ ਕਹਿਣਾ ਦੇ ਸਿਰ ਤੇ ਬਣਿਆ? ਯੈਸ ਨੋ ਕਿਉਂ ਕਹਿਣਾ ਪਿਆ? ਉਸ ਤੋਂ ਬਾਵਜੂਦ ਵੀ ਕਿੰਨੀ ਸ਼ਾਂਤੀ ਨਾਲ ਉਹ ਬੈਠੇ ਰਹੇ। ਉਹਨਾਂ ਨੇ ਖਾਣਾ, ਸਾਡਾ ਇੱਕ ਕਲਚਰ ਹੈ, ਜਦੋਂ ਕੋਈ ਸਾਡੇ ਘਰ ਆਉਂਦਾ ਅਸੀਂ ਉਹਨੂੰ ਖਾਣਾ ਚਾਹ ਦੇ ਕੇ ਆਪਣਾਪਣ ਸ਼ੋਅ ਕਰਦੇ ਹਾਂ। ਇਹਨਾਂ ਨੇ ਆਪਣਾ ਖਾਣਾ ਮੰਗਾ ਕੇ ਆਪਕਾ ਫਿਰ ਵੀ ਆਫਰ ਕਰਿਆ ਕਿ ਤੁਸੀਂ ਆਓ, ਆ ਕੇ ਸਾਡੇ ਲੰਗਰ ਚ ਆਓ। ਉੱਥੇ ਹੁਣ ਵੀ ਅਸੀਂ ਨਾਲ ਹੈ, ਸ਼ਾਂਤੀ। ਇਹ ਸਿਰਫ ਅੰਦੋਲਨ ਨੂੰ ਫੇਲ ਕਰਨ ਲਈ, ਅੰਦੋਲਨ ਨੂੰ ਡੀਰੇਲ ਕਰਨ ਲਈ, ਲੋਕਾਂ ਦੇ ਮਨ 'ਚ ਡਰ ਭਰਨ ਲਈ ਅੱਤਵਾਦੀ ਲਫ਼ਜ਼ ਵਰਤ ਰਹੇ ਹੈ, ਜਦ ਕਿ ਇਹ ਅੱਤਵਾਦੀ ਨਹੀਂ ਹੈ। ਕੋਈ ਇਹ ਨਿਰੋਲ ਕਿਸਾਨਾਂ ਦਾ ਅੰਦੋਲਨ ਹੈ। ਕਿਸੇ ਪੋਲੀਟੀਕਲ ਅੰਨਦਾਤਾ ਨੂੰ ਅੱਤਵਾਦੀ ਅੱਤਵਾਦੀ ਨਾ ਕਹੋ, ਆਪਣੀ ਰੀੜ ਦੀ ਹੱਡੀ ਨਾ ਤੋੜੋ। ਹਿੰਦੁਸਤਾਨੀਓ, ਰੀੜ ਦੀ ਹੱਡੀ ਤੋੜ ਕੇ ਤੁਸੀਂ ਖੜੇ ਹੋਣ ਦੇ ਕਾਬਿਲ ਨਹੀਂ ਰਹੋਗੇ। ਵੇਖਿਆ ਜਿਹੜਾ ਜੱਟ ਆ ਟੌਰ ਨਾਲ ਜ਼ਿੰਦਗੀ ਜਿਹੜਾ ਟੌਰ ਨਾਲ ਜ਼ਿੰਦਗੀ ਬਤੀਤ ਕਰਦਾ, ਜੱਟ ਜਿਹੜਾ ਟੌਰ ਨਾਲ ਜ਼ਿੰਦਗੀ ਇਸ ਵਾਸਤੇ ਬਤੀਤ ਕਰਦਾ ਕਿਉਂਕਿ ਉਹ ਸਵੇਰੇ 4 ਵਜੇ ਉੱਠ ਕੇ ਪਾਣੀ ਲਾਉਂਦਾ। ਮੇਰੇ ਹਸਬੰਡ ਚੰਡੀਗੜ੍ਹ 'ਚ ਰਹਿੰਦੇ ਪਰ ਰੋਜ਼ ਖੇਤੀ, ਹਰ 6 ਮਹੀਨਿਆਂ ਬਾਅਦ ਉੱਥੇ ਖੇਤੀ ਕਰਨ ਜਾਂਦੇ ਨੇ। ਕਿਉਂ ਜਾਂਦੇ? ਕਿਉਂਕਿ ਉਹਨਾਂ ਨੂੰ ਆਪਣੀ ਖੇਤੀ ਬੜੀ ਪਿਆਰੀ ਆ। ਕੋਈ ਜੱਟ ਕੋਈ ਆਪਣੇ ਆਪ ਨੂੰ ਖਤਮ ਕਰ ਦੇਗਾ, ਬਟ ਉਹ ਆਪਣੀ ਕਿੰਨਾ ਦੱਸੋ ਕਿੰਨਾ ਉਹਨਾਂ ਤੇ ਕਰਜ਼ਾ, ਬੈਂਕ ਲੋਨ ਦੇ ਕੇ ਉਹਨਾਂ ਨੂੰ ਲਾਲਚ ਦੇ ਕੇ ਉਹ ਵਿਚਾਰਿਆਂ ਨੂੰ ਮਤਲਬ ਵਰਤਿਆ ਇਹਨਾਂ ਨੇ ਬਸ। हमारे नेशन की शुरुआत हुई थी जय जवान जय किसान थे, ठीक है ना। हमने जवानों की इज्जत की, ना हम किसानों की इज्जत कर रहे हैं। हमारे देश की जो बेसिक अंडरलाइनिंग स्ट्रेंथ थी, हम उसी को खत्म करी जा रहे हैं। हाँ, जड़ पतन दे। और क्या करना चाहते हैं मोदी सरकार? आई हैव नो आइडिया। मैम ਤੁਸੀਂ ਦੱਸੋ ਜਰਾ ਕੀ ਕਹਿਣਾ ਚਾਹੁੰਦੇ ਹੋ? ਸੰਘਰਸ਼ ਚੱਲ ਰਿਹਾ 12ਵੇਂ ਦਿਨ। ਮੈਂ ਜਾ ਕੇ ਉੱਥੇ ਆਇਆ, 10 ਦਿਨ ਮੈਂ ਉੱਥੇ ਬਤੀਤ ਕੀਤੇ ਨੇ। ਹੁਣ ਮੈਂ ਚੰਡੀਗੜ੍ਹ ਆਇਆ, ਮੈਂ ਦੇਖਿਆ ਕਿ ਟਰਾਲੀਆਂ ਦੇ ਹੇਠਾਂ ਕਿਸਾਨ ਸੁੱਤੇ ਹੋਏ ਨੇ, ਗਦੈਲੇ ਪਾ ਕੇ, ਰਜਾਈਆਂ ਲੈ ਕੇ, ਮਖਮਲੀ ਰਜਾਈਆਂ ਲੈ ਕੇ ਪੋਲੀਟੀਸ਼ੀਅਨ ਅੱਜ ਸੁੱਤੇ ਹੋਏ ਨੇ ਰਜਾਈਆਂ ਦੇ ਵਿੱਚ। ਰਾਤ ਨੂੰ ਵਧੀਆ ਆਰਾਮ ਨਾਲ ਸੁੱਤੇ। ਲੱਗਦਾ ਕਿ ਪੋਲੀਟੀਸ਼ੀਅਨ ਦਾ, ਪੋਲੀਟੀਕਲ ਦਾ ਸਭ ਤੋਂ ਵੱਡਾ ਫੇਲੀਅਰ ਹੈਗਾ ਕਿ ਪੋਲੀਟੀਸ਼ੀਅਨ ਕਿਸਾਨਾਂ ਦੇ ਹੱਕ ਬਚਾ ਨਹੀਂ ਸਕੇ। ਕਿਸਾਨਾਂ ਨੂੰ ਖੁਦ ਸੜਕਾਂ ਤੇ ਆ ਕੇ, ਟਰੈਕਟਰਾਂ ਥੱਲੇ ਸੌਂ ਕੇ, ਬਾਰਡਰਾਂ ਉੱਤੇ ਬੈਠ ਕੇ ਸੰਘਰਸ਼ ਲੜਨਾ ਪੈ ਰਿਹਾ। ਬਿਲਕੁਲ ਜੀ। ਇੰਡੀਆ ਅੱਜ ਤੱਕ ਭਗਤ ਸਿੰਘ ਨੇ ਇਸ ਲਈ ਨਹੀਂ ਸੀ ਆਜ਼ਾਦੀ ਦਵਾਈ ਕਿ ਅਸੀਂ ਫਿਰ ਗੋਰਿਆਂ ਨੂੰ ਛੱਡ ਕੇ ਤੇ ਜਿਹੜੇ ਆਪਣੇ ਅੱਜ ਕੱਲ੍ਹ ਦੇ ਪੋਲੀਟੀਸ਼ੀਅਨ ਆ ਤੇ ਉਹਨਾਂ ਦੇ ਨਾਲ ਉਹਨਾਂ ਤੇ ਜ਼ੁਲਮ ਸਵਾਂਗੇ। ਹੁਣ ਜਿਹੜੇ ਪੋਲੀਟੀਸ਼ੀਅਨ ਨੇ, ਪਹਿਲੀ ਗੱਲ ਤੇ ਇਹ ਅਨਪੜ੍ਹ ਨੇ, ਠੀਕ ਹੈ ਜੀ, ਇਹ 'ਚ ਕੋਈ ਦੋ ਰਾਏ ਨਹੀਂ। ਪੜ੍ਹਿਆ ਲਿਖਿਆ ਹੋਊਗਾ ਉਹ ਸਮਝੂਗਾ ਕਿ ਰਾਈਟਸ ਕੀ ਨੇ। ਮੈਂ ਜੀ ਲਾਇਰ ਆ, ਠੀਕ ਹੈ। ਹੁਣ ਜੇ ਮੈਂ ਕਨਸਟੀਟਿਊਸ਼ਨ ਪੜ੍ਹਿਆ ਆ ਤੇ ਮੈਨੂੰ ਪਤਾ ਮੇਰੇ ਰਾਈਟਸ ਕੀ ਨੇ, ਮੇਰੀਆਂ ਡਿਊਟੀਜ਼ ਕੀ ਨੇ, ਠੀਕ ਹੈ। ਜੇ ਪੜ੍ਹਿਆ ਲਿਖਿਆ ਪੋਲੀਟੀਸ਼ੀਅਨ ਆਊਗਾ, ਉਹਨੂੰ ਪਤਾ ਹੋਊਗਾ ਕਿ ਰਾਈਟਸ ਕੀ ਨੇ, ਡਿਊਟੀਜ਼ ਕੀ ਨੇ, ਕਿੱਦਾਂ ਇਹ ਜਿਹੜੇ ਕਿੱਦਾਂ ਇਨਫੋਰਸ ਕਰ ਸਕਦੇ ਨੇ ਇਹ ਲਾਜ਼, ਠੀਕ ਹੈ। ਜਦੋਂ ਫਾਰਮਰਸ ਚਾਹੁੰਦੇ ਹੀ ਨਹੀਂ, ਠੀਕ ਹੈ। ਆਪਾਂ ਇੱਕੋ ਗੱਲ ਕਰੀ ਜਾਈਏ, ਫਾਰਮਰਸ ਨਹੀਂ ਚਾਹੁੰਦੇ। ਇਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਆ ਕਿ ਜਿਹੜੇ ਆਪਾਂ ਲਾਜ਼ ਇਨਫੋਰਸ ਕਰ ਰਹੇ ਆ, ਪਹਿਲਾਂ ਉਹਦੀ ਡਿਸਕਸ਼ਨ ਹੋਣੀ ਚਾਹੀਦੀ ਹੈ। ਜਿੰਨੇ ਯੂਨੀਅਨਸ ਨੇ ਜਿਨ੍ਹਾਂ ਲਈ ਲਾਅ ਬਣਾਇਆ ਗਿਆ ਉਹਨਾਂ ਨੂੰ ਡਿਸਕਸ ਕਰੋ, ਉਹਨਾਂ ਨੂੰ ਡਿਸਕਸ ਕਰੋ। ਜੋ ਕੋਈ ਉਹਦਾ ਫਾਇਦਾ ਹੋਏਗਾ ਤਾਂ ਹੀ ਬੋਲ ਰਹੇ ਨੇ, ਮਤਲਬ ਡਿਸਕਸ ਕਰੋ। ਹੁਣ ਜਿਹੜੇ ਪੋਲੀਟੀਸ਼ੀਅਨ ਨੇ, ਜੇ ਸਿਆਣੇ ਹੁੰਦੇ, ਪੜ੍ਹੇ ਲਿਖੇ ਹੁੰਦੇ, ਪਹਿਲਾਂ ਹਰ ਸਟੇਟ ਦੀ ਯੂਨੀਅਨ ਜਿਹੜੀ ਆ ਬਣੀ ਆ ਕਿਸਾਨ ਯੂਨੀਅਨ, ਉਹਨੂੰ ਬੁਲਾਉਂਦੇ, ਡਿਸਕਸ ਕਰਦੇ ਜੀ ਪਾਰਲੀਮੈਂਟ 'ਚ ਇਹ ਕਾਨੂੰਨ ਪਾਸ ਹੋਣ ਜਾ ਰਹੇ ਨੇ। ਇਹ 2012 ਦੀਆਂ ਗੱਲਾਂ ਨੇ, ਠੀਕ ਹੈ ਜੀ। ਉਦੋਂ ਦਾ ਇਹ ਸਾਰਾ ਕੁਝ ਚੱਲ ਰਿਹਾ। ਇਹ ਡਿਸਕਸ ਕਰਨਾ ਚਾਹੀਦਾ ਸੀਗਾ ਇਹਨਾਂ ਨੂੰ ਯੂਨੀਅਨ ਨਾਲ, ਤੇ ਉਹ ਉਹਨਾਂ ਨੇ ਕੀਤਾ ਨਹੀਂ। ਹੁਣ ਤੁਸੀਂ ਜ਼ਬਰਦਸਤੀ ਕਿਉਂ ਕਰ ਰਹੇ ਹੋ? ਮੈਨੂੰ ਜਰਾ ਦੱਸੋ ਕਿਹਾ ਜਾ ਰਿਹਾ, ਜਿਵੇਂ ਤੇ ਕਿ ਮੈਂ ਐਕਸਪਰਟਾਂ ਨਾਲ ਗੱਲ ਕਰਦਾ, ਖੇਤੀਬਾੜੀ ਐਕਸਪਰਟ ਨਾਲ ਗੱਲ ਕਰਦਾ, ਉਹ ਕਹਿੰਦੇ ਕਿਸਾਨ ਨੂੰ ਮਜ਼ਦੂਰ ਬਣਾ ਕੇ ਸ਼ਹਿਰਾਂ 'ਚ ਲਿਆਉਣਾ ਚਾਹੁੰਦੇ ਨੇ। ਕਿਤੇ ਨਾ ਕਿਤੇ ਪਾਲਿਸੀ ਇਹੀ ਹੈ ਕਿ ਖੇਤੀਬਾੜੀ ਛਡਾ ਦਿਓ, ਸ਼ਹਿਰਾਂ ਦੇ ਵਿੱਚ ਕਾਰਪੋਰੇਟ ਨੂੰ ਮਜ਼ਦੂਰ ਚਾਹੀਦੇ ਨੇ। ਜਦੋਂ ਮਾਰਚ ਦੇ ਵਿੱਚ ਕਰੋਨਾ ਦੌਰਾਨ ਲਾਕਡਾਊਨ ਲੱਗਿਆ, ਕਰਫਿਊ ਲੱਗਿਆ, ਤਾਂ ਮਜ਼ਦੂਰ ਸਾਰੇ ਸ਼ਹਿਰਾਂ ਤੋਂ ਪਲਾਇਨ ਕਰਕੇ ਪਿੰਡਾਂ 'ਚ ਆਪਣੇ ਘਰੇ ਚਲੇ ਗਏ। ਸਾਰਾ ਸਿਸਟਮ ਕਲੈਪਸ ਹੋ ਗਿਆ, ਕਾਰਪੋਰੇਟ ਕੋਲੇ ਮਜ਼ਦੂਰ ਬਾਕੀ ਨਹੀਂ ਰਹੇ। ਹੁਣ ਉਹ ਚਾਹੁੰਦੇ ਨੇ ਕਿ ਐਸਾ ਮਜ਼ਬੂਤ ਸਿਸਟਮ ਬਣਾਇਆ ਜਾਵੇ। ਉਸ ਤੋਂ ਬਾਅਦ ਇਸੇ ਕਰਕੇ ਕਾਨੂੰਨ ਲਿਆਂਦਾ ਗਿਆ ਕਿ ਸਿਸਟਮ ਮਜ਼ਬੂਤ ਬਣਾਇਆ ਜਾਵੇ ਤੇ ਮਜ਼ਦੂਰ ਬਣਾ ਕੇ ਕਿਸਾਨ ਨੂੰ ਸ਼ਹਿਰ 'ਚ ਲਿਆਂਦਾ ਜਾਵੇ, ਤਾਂ ਕਿ ਕੱਲ੍ਹ ਨੂੰ ਜਿਸ ਤਰੀਕੇ ਨਾਲ ਪਹਿਲਾਂ ਕਾਰਪੋਰੇਟ ਨੂੰ ਮਜ਼ਦੂਰਾਂ ਦੀ ਕਮੀ ਆ ਗਈ ਸੀ, ਕਿਤੇ ਫਿਰ ਤੋਂ ਮਜ਼ਦੂਰਾਂ ਦੀ ਕਮੀ ਨਾ ਆ ਜੇ ਤੇ ਉਹਨਾਂ ਦਾ ਕੰਮ ਧੰਦਾ ਬੰਦ ਨਾ ਹੋ ਜੇ ਕਿਤੇ।
ਪਹਿਲੀ ਗੱਲ ਤਾਂ ਜੀ ਕਿਸਾਨ ਕਦੇ ਵੀ ਗੁਲਾਮ ਨਹੀਂ ਬਣ ਸਕਦਾ ਕਿਉਂਕਿ ਇਹ ਖੁਦ ਹੀ ਇੰਨਾ ਜ਼ਿਆਦਾ ਤਾਕਤਵਰ ਹੈ, ਇੰਨਾ ਜ਼ਿਆਦਾ ਮਿਹਨਤੀ ਵਰਗ ਹੈ ਔਰ ਬਹੁਤ ਜ਼ਿਆਦਾ ਇਹ ਆਪਾਂ ਉਹਨੂੰ ਕੀ ਕਹਿ ਸਕਦੇ ਪੰਜਾਬੀ 'ਚ ਬੜੇ ਤਾਕਤਵਰ ਲੋਕ ਨੇ। ਔਰ ਇਹ ਕਰੋਨਾ ਦੇ ਵਿੱਚ ਜਿਹੜਾ ਇਹਨਾਂ ਨੇ ਵਿਦਆਊਟ ਰਾਜ ਸਭਾ ਕੰਸੈਂਟ, ਵਿਦਆਊਟ ਪਾਰਲੀਮੈਂਟ ਸੈਸ਼ਨ, ਕੀ ਕਰੋਨਾ ਹੈ, ਸੋਸ਼ਲ ਡਿਸਟੈਂਸ ਹੈ, ਇਹਨਾਂ ਨੇ ਰੂਲ ਬੁੱਕਸ ਨੂੰ ਅੰਦਰ ਹੀ ਫਾੜ ਕੇ 2 ਜਣਿਆਂ ਨੇ ਇਹਨਾਂ ਨੂੰ ਪਾਸ ਕੀਤਾ। ਦਿਸ ਇਜ਼ ਨਾਟ ਲਾਈਕ ਐਜ਼ ਅ ਸੈਸ਼ਨ, ਠੀਕ ਹੈ। ਸੋ ਦੈਟ ਇਹ ਜੋ ਹੁਣ ਤੁਸੀਂ ਕਿਹਾ ਕਿ ਇਹ ਕਾਰਪੋਰੇਟ ਸੈਕਟਰ ਨੂੰ ਇਹ ਦਬਾਉਣਾ ਚਾਹੁੰਦੇ ਨੇ, ਬਿਲਕੁਲ ਇਹ ਦਬਾਉਣਾ ਚਾਹੁੰਦੇ ਨੇ। ਉਹਦਾ ਰੀਜ਼ਨ ਕੀ ਹੈ? ਕਿਉਂਕਿ ਇੱਕ ਇਹੀ ਸੈਕਟਰ ਬਹੁਤ ਜ਼ਿਆਦਾ ਪਾਵਰਫੁਲ ਹੈ ਕਿਸਾਨੀ ਦਾ, ਜਿੱਥੋਂ ਲੱਗਦਾ ਸੀ ਅੰਬਾਨੀਜ਼ ਐਂਡ ਅਡਾਨੀਜ਼ ਇਹਨੂੰ ਇੱਕ ਕਬਜ਼ਾ ਕਰਕੇ, ਜੋ ਤੁਸੀਂ ਮਜ਼ਦੂਰਾਂ ਵਾਲੀ ਗੱਲ ਕਹੀ ਹੈ ਕਿ ਬਿਲਕੁਲ ਪਲਾਨ ਆਊਟ ਕਰਕੇ ਪੂਰੀ ਇਕਨੋਮਿਕਲੀ ਲੈਵਲ ਨੂੰ ਵੀ ਅਸੀਂ ਕਲੈਪਸ ਕਰ ਦਾਂਗੇ। ਔਰ ਇਹ ਹੁਣ ਚੱਲਣਾ ਨਹੀਂ ਕਿਉਂਕਿ ਕਿਸਾਨਾਂ ਦੇ ਇਹਨਾਂ ਨੇ ਆਪਣੀ ਔਕਾਤ ਦਿਖਾਈ ਹੈ। ਇਹ ਹੁਣ ਚੱਲਣਾ ਨਹੀਂ ਕਿਉਂਕਿ ਕਿਸਾਨ ਪੜ੍ਹਿਆ ਲਿਖਿਆ ਖੁਦ ਵੀ ਹੈ, ਇਹਦੇ ਨਾਲ ਜੋ ਜਥੇਬੰਦੀਆਂ ਨੇ ਉਹ ਵੀ ਪੜ੍ਹੀਆਂ ਲਿਖੀਆਂ ਨੇ, ਉਹ ਅਸੀਂ ਵੀ ਪੜ੍ਹੇ ਲਿਖੇ ਆ ਔਰ ਪੜ੍ਹੇ ਲਿਖਿਆ ਵਰਗ ਬੋਲ ਰਿਹਾ। ਇਹ ਇੱਥੇ ਮੈਟਰ ਨਹੀਂ ਕਰ ਰਿਹਾ ਮੈਂ ਲਾਅ ਕੀਤੀ, ਇਹਨਾਂ ਨੇ ਲਾਅ ਕੀਤੀ। ਤੁਸੀਂ ਤਾਂ ਪੜ੍ਹਿਆ ਹੋਣਾ ਨਾ, ਤੁਸੀਂ ਵਕੀਲ ਹੋ, ਤੁਸੀਂ ਕਾਨੂੰਨ ਪੜ੍ਹਿਆ ਹੋਣਾ। ਉਹ ਕਹਿੰਦੇ ਜੀ ਜਦੋਂ ਇਹਨਾਂ ਨੇ GST ਲਾਗੂ ਕੀਤੀ ਸੀਗੀ ਤਾਂ ਕਹਿੰਦੇ ਉਦੋਂ ਜੋ ਬਿਜ਼ਨਸਮੈਨ ਨੇ ਉਹਨਾਂ ਨੂੰ ਸਮਝ ਨਹੀਂ ਆਇਆ ਸੀ। ਜਦੋਂ ਇਹਨਾਂ ਨੇ CAA ਲਾਗੂ ਕੀਤਾ ਤਾਂ ਉਦੋਂ ਮੁਸਲਿਮ ਭਾਈਚਾਰੇ ਨੂੰ ਸਮਝ ਨਹੀਂ ਆਇਆ ਸੀਗਾ, BJP ਨੂੰ ਸਮਝ ਆ ਗਿਆ ਸੀ। ਜਦੋਂ ਇਹਨਾਂ ਨੇ 3 ਤਲਾਕ ਲਾਗੂ ਕੀਤਾ ਸੀ ਮੁਸਲਿਮ ਭਾਈਚਾਰੇ ਨੂੰ ਸਮਝ ਨਹੀਂ ਆਇਆ, ਇਹਨਾਂ ਨੂੰ ਸਮਝ ਆ ਗਿਆ ਸੀ। ਜਦੋਂ ਕਿਸਾਨ ਕਾਨੂੰਨ ਬਣਾਏ ਗਏ ਤਾਂ BJP ਨੂੰ ਸਮਝ ਆ ਗਿਆ ਸੀ, ਕਿਸਾਨਾਂ ਨੂੰ ਸਮਝ ਨਹੀਂ ਆਇਆ ਸੀ। ਹਰ ਚੀਜ਼ ਜਦੋਂ ਕਾਨੂੰਨ ਬਣਾਏ ਜਾਂਦੇ ਇਕੱਲੇ BJP ਨੂੰ ਸਮਝ ਆਉਂਦੇ ਆ, ਬਾਕੀ ਜਿਹਦੇ ਲਈ ਬਣਾਏ ਜਾਂਦੇ ਉਹਨੂੰ ਕਿਉਂ ਨਹੀਂ ਸਮਝ ਆਉਂਦੇ? ਕਾਰਨ ਕੀ ਲੱਗਦਾ ਸਰ? ਇਹਦਾ ਰੀਜ਼ਨ ਹੈ ਜਦੋਂ ਵੀ ਕੋਈ ਰੂਲ ਬਣਦਾ, ਕੋਈ ਐਕਟ ਬਣਦਾ, ਕੁਝ ਵੀ ਰੂਲ ਐਂਡ ਰੈਗੂਲੇਸ਼ਨਸ ਇੰਡੀਆ ਦੇ ਵਿੱਚ ਲਾਂਚ ਹੁੰਦਾ, ਇੰਟਰੋਡਿਊਸ ਹੁੰਦਾ, ਤਾਂ ਕਿਤੇ ਨਾ ਕਿਤੇ ਆਪਣਾ ਜੋ ਕਨਸਟੀਟਿਊਸ਼ਨ ਹੈ, ਆਪਣਾ ਜੋ ਲਾਅ ਇੰਡੀਅਨ, ਇਹ ਫਲੈਕਸੀਬਲ ਹੈ। ਇਹਨਾਂ ਦੀਆਂ ਜੋ ਵੀ ਪਾਲਿਸੀਜ਼ ਨੇ ਕਿਤੇ ਫਲੈਕਸੀਬਿਲਿਟੀ ਨਜ਼ਰ ਨਹੀਂ ਆਉਂਦੀ। ਫੇਵਰ ਟੂ ਦਾ ਕਾਰਪੋਰੇਟ ਸੈਕਟਰ, ਫੇਵਰ ਟੂ ਦਾ ਕਾਰਪੋਰੇਟ ਸੈਕਟਰ। ਕਿਸਾਨਾਂ ਦਾ ਤਾਂ ਕਿਤੇ ਕੋਈ ਰਾਈਟ ਨਹੀਂ। ਦੇਖੋ ਇਹਨਾਂ ਨੇ ਕੋਰਟਸ ਦੇ ਵਿੱਚ ਜਾਣਾ, SDM DCs ਇਹਨਾਂ ਨੂੰ ਦਿੱਤੇ ਨੇ। ਇਹ ਕਿਹਦੇ ਨੇ? ਇਹ BJP ਦੇ ਨੇ। ਤਾਂ ਕੋਰਟ ਹੈ, ਕੋਰਟ ਸਭ ਦੇ ਲਈ ਹੈ, ਤਾਂ ਕੋਰਟ ਜਾਵਾਂਗੇ, ਕੋਰਟ ਦੇ ਵਿੱਚ ਸਾਨੂੰ ਫੈਸਲਾ ਮਿਲੇਗਾ। ਜਿਹੜੀ ਤੁਸੀਂ ਕਹਿੰਦੇ ਆਮ ਤੌਰ ਤੇ ਗੱਲ ਕਹੀ ਜਾਂਦੀ ਹੈ ਕਿ ਔਰਤਾਂ ਜਿਹੜੀਆਂ ਹੈਗੀਆਂ ਨੇ, ਔਰਤਾਂ ਘੱਟ ਭਾਗੀਦਾਰੀ ਕਿਸੇ ਵੀ ਚੀਜ਼ 'ਚ ਦਿਖਾਉਂਦੀਆਂ ਨੇ, ਲੇਕਿਨ ਇਹ ਦੇਖੋ ਇਹ ਔਰਤਾਂ ਚੰਡੀਗੜ੍ਹ ਦੀਆਂ ਪੜ੍ਹੀਆਂ ਲਿਖੀਆਂ ਔਰਤਾਂ ਨੇ, ਚੰਗੀ ਜਗ੍ਹਾ ਤੇ ਕੰਮ ਕਰਦੀਆਂ ਨੇ, ਕੋਈ ਵਕੀਲ ਨੇ, ਕੋਈ ਡਾਕਟਰ ਨੇ। ਇਹ ਗੱਲ ਮੰਨੀ ਜਾਂਦੀ ਹੈ, ਇਹ ਗੱਲ ਹਮੇਸ਼ਾ ਮੰਨੀ ਜਾਂਦੀ ਕਿ ਔਰਤਾਂ ਭਾਗੀਦਾਰੀ ਘੱਟ ਦਿਖਾਉਂਦੀਆਂ। ਮੈਨੂੰ ਤੁਹਾਡੇ ਨਾਲ ਗੱਲ ਕਰਕੇ ਨਹੀਂ ਲੱਗਿਆ ਕਿ ਭਾਗੀਦਾਰੀ ਨਹੀਂ ਦਿਖਾਉਂਦੇ ਜਾਂ ਸਮਝ ਨਹੀਂ ਰੱਖਦੇ। रसोई तो लेके इस पूरे समाज तक, पूरे संसार वास्ते पॉलिटिक्स की उतली कुर्सी तक औरत ਬੈਠੇ मैं ਤੁਹਾਡੀਆਂ ਗੱਲਾਂ ਤੋਂ ਸਮਝਿਆ ਕਿ ਤੁਸੀਂ ਬਹੁਤ ਅਵੇਅਰ ਹੋਗੇ। ਤੁਹਾਨੂੰ ਸਾਰੇ ਕਿਉਂਕਿ ਆਮ ਤੌਰ ਤੇ ਮੈਂ ਜਦੋਂ ਸਵਾਲ ਪੁੱਛੀ ਤਾਂ ਕਈਆਂ ਨਹੀਂ ਆਉਂਦੇ, ਲੇਕਿਨ ਤੁਹਾਡੇ ਕੋਲ ਹਰ ਸਵਾਲ ਦਾ ਜਵਾਬ ਹੈ। ਐਕਚੁਅਲ ਦੇ ਵਿੱਚ ਗੱਲ ਕੀ ਆ ਭਾਜੀ, ਕਿਉਂਕਿ ਹੁਣ ਜੋ ਪੜ੍ਹੀਆਂ ਲਿਖੀਆਂ ਕੁੜੀਆਂ ਨੇ ਜਾਂ ਜਿੰਨੇ ਵੀ ਅਨਪੜ੍ਹ ਵਰਗ ਉਹ ਸਾਰਾ ਨਾਲ ਲੱਗਿਆ। ਇੱਥੋਂ ਪਤਾ ਲੱਗਦਾ ਕਿ ਜਿਹੜੀ ਕਿਸਾਨ ਦੀ ਬੇਟੀ ਆ, ਜਿਹੜੀ ਕਿਸਾਨ ਦੀ ਨੌਂ ਆ, ਜਿਹੜੀ ਕਿਸਾਨ ਦੀ ਧੀ ਆ, ਉਹ ਵੇਖੋ ਕਿ ਇੰਨੀ ਨੌਲੇਜ ਉਹ ਰੱਖਦੀ ਆ। ਇਹੋ ਜੀ ਥਾਂ ਤੇ ਆ ਕੇ ਪੜ੍ਹੀਆਂ ਲਿਖੀਆਂ ਤੁਹਾਨੂੰ ਦੱਸ ਰਹੀਆਂ, ਇਹਨਾਂ ਨੂੰ ਇੰਨਾ ਹੀ ਪਤਾ ਲੱਗ ਜਾਣਾ ਚਾਹੀਦਾ ਕਿਸਾਨ ਬਹੁਤ ਪੜ੍ਹਿਆ ਲਿਖਿਆ। ਦੇਖੋ ਹੁਣ ਧੰਨਵਾਦ ਜੀ ਗੱਲਬਾਤ ਕਰਨ ਲਈ। ਤਾਂ ਇਹ ਦੇਖੋ ਤੁਸੀਂ ਚੰਡੀਗੜ੍ਹ ਦੀਆਂ ਪੜ੍ਹੀਆਂ ਲਿਖੀਆਂ ਔਰਤਾਂ ਨੇ, ਸਮਝ ਰੱਖਦੀਆਂ ਨੇ ਚੰਡੀਗੜ੍ਹ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੰਮ ਕਰੀਦਾ, ਸਮਝ ਰੱਖਦੀਆਂ ਕਿਸਾਨੀ ਦੇ ਮੁੱਦੇ ਕੀ ਨੇ। ਕਾਫੀ ਜ਼ਿਆਦਾ ਸਮਝਦਾਰ ਪੜ੍ਹੀਆਂ ਲਿਖੀਆਂ ਹਰ ਤਬਕੇ ਦੇ ਨਾਲ ਸੰਬੰਧ ਰੱਖਦੀਆਂ ਔਰਤਾਂ ਸੀ ਜਿਹੜੀਆਂ ਇੱਥੇ ਆਈਆਂ ਨੇ, ਪ੍ਰੋਟੈਸਟ ਕਰ ਰਹੀਆਂ ਨੇ। ਤੁਸੀਂ ਦੇਖੋ ਕਿ ਇਹ ਜਿਹੜਾ ਸੰਘਰਸ਼ ਹੈਗਾ ਕਿਸ ਲੈਵਲ ਤੇ ਆ ਕਿ ਅੱਜ ਚੰਡੀਗੜ੍ਹ, ਦੇਸ਼, ਪੰਜਾਬ, ਦਿੱਲੀ, ਸਾਰੇ ਵਰਗਾਂ ਦੇ, ਸਾਰੇ ਜਗ੍ਹਾਵਾਂ ਦੇ ਲੋਕ ਲਗਾਤਾਰ ਇਸ ਮਸਲੇ ਦੀ ਸਪੋਰਟ ਕਰ ਰਹੇ ਨੇ। ਕੈਮਰਾਮੈਨ ਦੀਪਕ ਦੇ ਨਾਲ ਰਵਿੰਦਰ ਸਿੰਘ, ਦੈਨਿਕ ਸਵੇਰਾ TV, ਚੰਡੀਗੜ੍ਹ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।